ਹੈਲੋ ਪਿਆਰੇ ਸਾਥੀਓ ਬੱਚਿਓ, ਆਪਣੀ ਸੀਰੀਜ਼ ਜਿਹੜੀ 1000 ਕੁਐਸਚਨ ਵਾਲੀ ਚੱਲ ਰਹੀ ਹੈ ਉਸ ਨੂੰ ਮੈਂ ਅੱਗੇ ਲੈ ਕੇ ਆਇਆ। ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਨੂੰ ਦੇਖਣ ਲਈ, ਸਬਸਕ੍ਰਾਈਬ ਕਰਨ ਲਈ। ਤਾਂ ਬਹੁਤ ਹੀ ਇੰਪੋਰਟੈਂਟ ਤੇ ਵਧੀਆ ਕੁਐਸਚਨ ਮੈਂ ਤੁਹਾਡੇ ਲਈ ਲੈ ਕੇ ਆਇਆ। ਐਸਐਸਸੀ ਚ, ਪੀਸੀਐਸ ਚ, ਆਈਐਸ ਦੇ ਪੇਪਰਾਂ ਚ, ਸੀਟੈਟ ਦੇ ਪੇਪਰਾਂ ਚ ਜਿਹੜੇ ਕੁਐਸਚਨ ਆਪਾਂ ਨੂੰ ਆਉਂਦੇ ਨੇ। ਆਓ ਕੁਐਸਚਨ ਨੰਬਰ 216 ਤੇ ਚੱਲਦੇ ਹਾਂ। ਵਿਚ ਵਿਟਾਮਿਨ ਇਜ਼ obtained ਫਰੋਮ ਸਨ ਰੇਜ਼। ਸੂਰਜ ਦੀਆਂ ਕਿਰਨਾਂ ਤੋਂ ਕਿਹੜਾ ਵਿਟਾਮਿਨ ਮਿਲਦਾ ਹੈ? ਸੌਰੀ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ ਜਾਂ ਵਿਟਾਮਿਨ ਡੀ। ਬਹੁਤ ਹੀ ਕਾਮਨ ਕੁਐਸਚਨ ਹੈ, ਬਹੁਤਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਸੂਰਜ ਦੀਆਂ ਕਿਰਨਾਂ ਤੋਂ ਜਿਹੜਾ ਆਪਾਂ ਨੂੰ ਮਿਲਦਾ ਹੈ ਵਿਟਾਮਿਨ, ਠੀਕ ਹੈ ਨਾ, ਡੀ ਮਿਲਦਾ ਜੀ। ਵਿਟਾਮਿਨ ਡੀ ਮਿਲਦਾ ਹੈ। ਅਸਲ 'ਚ ਵਿਟਾਮਿਨ ਡੀ ਜੇ ਆਪਾਂ ਸਹੀ ਦੇਖੀਏ ਤਾਂ ਇਹ ਸੂਰਜ ਦੀ ਕਿਰਨਾਂ ਤੋਂ ਨਹੀਂ ਮਿਲਦਾ। ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਨਾ, ਉਹਦੇ ਵਿੱਚ ਜਿਹੜੀਆਂ ਅਲਟਰਾਵਾਇਲਟ ਰੇਜ਼ ਨੇ, ਅਲਟਰਾਵਾਇਲਟ ਰੇਜ਼ ਦੇ ਵਿੱਚੋਂ ਵੀ ਜਿਹੜੀ ਅਲਟਰਾਵਾਇਲਟ ਰੇਜ਼ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਏ ਬੀ ਟਾਈਪ ਦੀਆਂ ਹੁੰਦੀਆਂ ਨੇ। ਜਿਹੜੀਆਂ ਅਲਟਰਾ ਯਾਨੀ ਕਿ ਯੂਵੀ ਬੀ ਰੇਜ਼ ਨੇ, ਬੀ ਰੇਡੀਏਸ਼ਨ ਨੇ, ਉਹਨਾਂ ਨੂੰ ਆਪਣੀ ਬੋਡੀ ਕੀ ਕਰ ਲੈਂਦੀ ਹੈ? ਸੋਖ ਲੈਂਦੀ ਹੈ। ਉਹਨਾਂ ਨੂੰ ਆਪਣੀ ਬੋਡੀ ਸੋਖ ਲੈਂਦੀ ਹੈ। ਆਪਣੀ ਬੋਡੀ ਸੋਖ ਕੇ ਕੀ ਬਣਾਉਂਦੀ ਹੈ ਜੀ? ਆਪਣੀ ਬੋਡੀ ਸੇਕ ਕੇ ਵਿਟਾਮਿਨ ਡੀ ਹੈ ਜਿਹੜਾ ਉਹ ਅੰਦਰ ਬੋਡੀ ਦੇ ਪੈਦਾ ਹੁੰਦਾ ਹੈ। ਯਾਨੀ ਕਿ ਪਰੰਤੂ ਸੂਰਜ ਦੀ ਕਿਰਨਾਂ ਕਰਕੇ ਪੈਦਾ ਹੁੰਦਾ ਹੈ। ਇਸ ਕਰਕੇ ਉੱਤਰ ਜਿਹੜਾ ਆਉਂਦਾ ਵਿਟਾਮਿਨ ਡੀ ਆਉਂਦਾ ਜੀ। ਅੱਗੇ ਚੱਲਦੇ ਹਾਂ। ਕੁਐਸਚਨ ਨੰਬਰ 217। ਐਲਟੀਟਿਊਡ ਸਿਕਨੈਸ ਇਜ਼ ਕੌਜ਼ਡ ਐਟ ਦਾ ਹਾਈ ਐਲਟੀਟਿਊਡ ਡਿਊ ਟੂ। ਉਚਾਈ ਦੀ ਬਿਮਾਰੀ ਕਿਹਾ ਜਾਂਦਾ ਹੈ, ਠੀਕ ਹੈ। ਇਹ ਕਿਸ ਕਰਕੇ ਹੁੰਦੀ ਹੈ ਜੀ? ਦੇਖੋ, ਜਦੋਂ ਆਪਾਂ ਹੁਣ ਉੱਚਾ ਆਪਾਂ ਕਹਿੰਦੇ ਆ ਵੀ ਉਚਾਈ ਤੇ ਚੜ੍ਹਦੇ ਹਾਂ ਤਾਂ ਕੀ ਹੁੰਦਾ ਆਪਾਂ ਨੂੰ ਪਤਾ। ਦੇਖੋ, ਠੀਕ ਹੈ, ਹਾਈ ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ, ਆਕਸੀਜਨ ਦਾ ਪ੍ਰੈਸ਼ਰ ਘਟਦਾ ਵੱਧਦਾ ਹੈ। ਲੋ ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ, ਆਕਸੀਜਨ ਦਾ ਪ੍ਰੈਸ਼ਰ ਘਟਦਾ ਹੈ। ਲੋ ਲੈਵਲ ਆਫ ਹੀਮੋਗਲੋਬਿਨ, ਹੀਮੋਗਲੋਬਿਨ ਦਾ ਹੈ ਜਿਹੜਾ ਘਟ ਜਾਂਦਾ ਹੈ। ਜਾਂ ਹਾਈ ਪਾਰਸ਼ੀਅਲ ਪ੍ਰੈਸ਼ਰ ਆਫ ਕਾਰਬਨ ਡਾਈਆਕਸਾਈਡ, ਜਾਂ ਕਾਰਬਨ ਡਾਈਆਕਸਾਈਡ ਦਾ ਪ੍ਰੈਸ਼ਰ ਵੱਧ ਜਾਂਦਾ ਹੈ। ਤਾਂ ਦੇਖੋ, ਆਪਾਂ ਨੂੰ ਪਤਾ ਹੈ ਵੀ ਜਦੋਂ ਆਪਾਂ ਪਹਾੜਾਂ ਤੇ ਚੜ੍ਹਦੇ ਹਾਂ, ਤਾਂ ਬਹੁਤ ਸਾਰੇ ਤੁਸੀਂ ਕਲਾਸ ਸੁਣਿਆ ਉਹ ਛੋਟੇ ਹੁੰਦੇ ਵੀ ਉਹ ਨਾਲ ਕੀ ਕਰਦੇ ਨੇ? ਆਕਸੀਜਨ ਦੇ ਸਿਲੰਡਰ ਲੈ ਕੇ ਜਾਂਦੇ ਨੇ। ਕਿਉਂ ਲੈ ਕੇ ਜਾਂਦੇ ਨੇ? ਕਿਉਂਕਿ ਆਕਸੀਜਨ ਦਾ ਜਿਹੜਾ ਪ੍ਰੈਸ਼ਰ ਹੈ ਉਹ ਕੀ ਕਰੀ ਜਾਂਦਾ ਰਹਿੰਦਾ, ਉੱਥੇ ਜਾ ਕੇ ਘਟੀ ਜਾਂਦਾ ਰਹਿੰਦਾ ਹੈ। ਤਾਂ ਆਨਸਰ ਕੀ ਆਊਗਾ ਜੀ ਆਪਣਾ? ਲੋ ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ। ਕੁਐਸਚਨ ਨੰਬਰ 218। ਜੀਕਾ ਡਿਸੀਜ਼ ਇਜ਼ ਕੌਜ਼ਡ ਬਾਈ। ਜਿਹੜੀ ਜੀਕਾ ਬਿਮਾਰੀ ਹੈ ਉਹ ਕਿਸ ਦੁਆਰਾ ਫੈਲਦੀ ਹੈ? ਇੱਕ ਵਾਇਰਸ ਦੁਆਰਾ ਫੈਲਦੀ ਹੈ ਜੋ ਕਿ ਟਰਾਂਸਮਿਟਡ ਕੀਤਾ ਜਾਂਦਾ ਹੈ ਏਡਸ ਮੋਸਕੀਟੋ ਦੁਆਰਾ। H1N1 ਵਾਇਰਸ ਦੁਆਰਾ ਫੈਲਦੀ ਹੈ। ਟਿਕ ਟਰਾਂਸਮਿਟਡ ਵਾਇਰਸ ਦੁਆਰਾ ਫੈਲਦੀ ਹੈ। ਦਾ ਵੈਰੀਸੇਲਾ ਜੋਸਟਰ ਵਾਇਰਸ ਦੁਆਰਾ ਫੈਲਦੀ ਹੈ। ਤਾਂ ਆਨਸਰ ਹੈ ਜੀ ਆਪਣਾ ਇਸ ਦਾ ਪਹਿਲਾ, ਠੀਕ ਹੈ। ਇਹ ਇੱਕ ਮੱਛਰ ਦੇ ਕੱਟਣ ਨਾਲ ਫੈਲਦੀ ਹੈ ਜੀ। ਮੱਛਰ ਦਾ ਨਾਮ ਹੈ ਏਡਿਸ। ਮੱਛਰ ਦੇ ਕੱਟਣ ਨਾਲ ਬਿਮਾਰੀ ਫੈਲਦੀ ਹੈ। ਤੇ ਖਾਸ ਗੱਲ ਇਹ ਹੈ ਜੀ, ਅਜੇ ਤੱਕ ਇਸ ਦੀ ਕੋਈ ਵੀ ਆਪਣੇ ਕੋਲੇ ਵੈਕਸੀਨ ਨਹੀਂ ਬਣੀ ਹੈ। ਇਸ ਦੀ ਅਜੇ ਤੱਕ ਕੋਈ ਵੀ ਆਪਣੇ ਕੋਲੇ ਦਵਾਈ ਨਹੀਂ ਬਣੀ ਹੋਈ ਹੈ। ਤਾਂ ਅੱਗੇ ਚੱਲਦੇ ਜੀ। ਕੁਐਸਚਨ ਨੰਬਰ 219। ਵਿਚ ਆਫ ਦਾ ਫੋਲੋਇੰਗ ਇਜ਼ ਏ ਗੁੱਡ ਸੋਰਸ ਆਫ ਵਿਟਾਮਿਨ ਈ। ਇਹਨਾਂ ਵਿੱਚੋਂ ਕਿਹੜਾ ਵਿਟਾਮਿਨ ਈ ਦਾ ਚੰਗਾ ਸਰੋਤ ਹੈ? ਫਰੈਸ਼ ਵੈਜੀਟੇਬਲਸ, ਘੀ, ਘਿਓ ਯਾਨੀ ਕਿ ਮੀਟ, ਜਾਂ ਯੈਲੋ ਯੋਕ। ਦੇਖੋ ਜੀ, ਆਪਾਂ ਨੂੰ ਪਤਾ ਹੈ ਵੀ ਘਿਓ ਜਾਂ ਮੀਟ ਹੈ ਜਿਹੜਾ, ਘਿਓ ਤਾਂ ਜਿਹੜਾ ਹੈ ਉਹ ਤਾਂ ਹੈ ਫੈਟ ਦਾ, ਮੀਟ ਹੈ ਜਿਹੜਾ ਪ੍ਰੋਟੀਨ ਦਾ, ਯੈਲੋ ਯੋਕ ਹੈ ਜਿਹੜਾ ਉਹ ਵੀ ਆਪਾਂ ਨੂੰ ਪਤਾ ਹੈ ਪ੍ਰੋਟੀਨ ਪਲੱਸ ਫੈਟ ਦੋਨੇ ਹੀ ਹੈ। ਪਰੰਤੂ ਵਿਟਾਮਿਨਸ ਆ ਜਿਹੜੇ ਆਪਾਂ ਨੂੰ ਮਿਲਦੇ ਹੈ ਜੀ ਉਹ ਫਰੈਸ਼ ਵੈਜੀਟੇਬਲਸ ਤੋਂ। ਤਾਂ ਜਿਹੜਾ ਆਪਣਾ ਆਨਸਰ ਹੈ ਜੀ ਉਹ ਹੈ ਫਰੈਸ਼ ਵੈਜੀਟੇਬਲਸ। ਵਿਟਾਮਿਨ ਈ ਆਪਾਂ ਨੂੰ ਫਰੈਸ਼ ਵੈਜੀਟੇਬਲਸ ਤੋਂ ਮਿਲਦਾ ਹੈ, ਜਾਂ ਇਹ ਮਿਲਦਾ ਜੀ ਆਪਾਂ ਨੂੰ ਸੀਡਸ ਤੋਂ, ਵੈਜੀਟੇਬਲ ਆਇਲਸ ਤੋਂ, ਜਾਂ ਆਇਲਸ, ਵੈਜੀਟੇਬਲ ਦੇ ਆਇਲਸ ਤੋਂ ਜਾਂ ਸੀਡਸ ਤੋਂ। ਯਾਨੀ ਕਿ ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਬਦਾਮ ਗਿਰੀ ਲਾ ਲਓ, ਮੂੰਗਫਲੀ ਗਿਰੀ ਲਾ ਲਓ, ਠੀਕ ਹੈ। ਜਾਂ ਵੈਜੀਟੇਬਲ ਹੈ ਜਿਹੜਾ ਉਹਨਾਂ ਦਾ ਆਇਲ ਕੱਢਿਆ ਜਾਂਦਾ, ਜਿਵੇਂ ਸਨਫਲਾਵਰ ਹੈ, ਸਨਫਲਾਵਰ ਹੈ ਜਿਹੜਾ, ਇਹ ਸਾਰੇ ਨੇ ਜਿਹੜੇ ਵਿਟਾਮਿਨ ਈ ਦੇ ਸੋਰਸ ਨੇ ਜੀ। ਕੁਐਸਚਨ ਨੰਬਰ 220। ਵਿਚ ਆਫ ਦਾ ਫੋਲੋਇੰਗ ਇਜ਼ ਦਾ ਸਮਾਲੈਸਟ ਬਰਡ। ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਛੋਟਾ ਪੰਛੀ ਕਿਹੜਾ ਹੈ? ਸਭ ਨੂੰ ਪਤਾ ਹੋਊਗਾ ਜੀ, ਬਹੁਤ ਹੀ ਸੌਖਾ ਕੁਐਸਚਨ ਆ ਗਿਆ। ਪੀਜਨ ਯਾਨੀ ਕਿ ਕਬੂਤਰ, ਹਾਊਸ ਸਪੈਰੋ ਜਿਹੜੀ ਚਿੜੀ, ਆਮ ਚਿੜੀ, ਹਿਮਿੰਗ ਬਰਡ, ਜਾਂ ਪੈਰਟ। ਤਾਂ ਦੇਖੋ ਜੀ, ਸਭ ਨੂੰ ਪਤਾ ਹੈ ਵੀ ਇਹਦਾ ਉੱਤਰ ਜਿਹੜਾ ਹੈ ਹਿਮਿੰਗ ਬਰਡ। ਤਾਂ ਇਹ ਇਕੱਲਾ ਜਾਨਵਰ ਹੈ, ਪੰਛੀ ਹੈ ਜਿਹੜਾ ਸਭ ਤੋਂ ਛੋਟਾ ਹੈ। ਇਹ ਕਿੱਥੇ ਮਿਲਦਾ ਜੀ? ਇਹ ਮਿਲਦਾ ਜੀ ਕਿਊਬਾ ਦੇ ਵਿੱਚ। ਕਿਊਬਾ ਇੱਕ ਕੰਟਰੀ ਹੈ, ਦੇਸ਼ ਹੈ।
ਜਿਹੜੀ ਹੈ ਇਜ਼ਲੈਂਡ है। इजलैंड का मतलब है भी सारे पासों ये समुद्र ਨਾਲ घिरी हुई है। क्यूबा ਦੇ ਵਿੱਚ है ਜਿਹੜਾ ਇਹ ਮਿਲਦਾ है ਹਿਮਿੰਗ ਬਰਡ। ਅੱਗੇ ਚੱਲਦੇ ਹਾਂ क्वेश्चन नंबर 221 द वर्ल्ड्स ओनली फ्लोटिंग नेशनल पार्क दुनिया का इकल्ला तैरन वाला पार्क कितने है। फ्लोटिंग मतलब तैरन वाला, फ्लोटिंग का मतलब है जी तैरन वाला पार्क नेशनल पार्क है जोड़ा वो कितने है। मणिपुर में है, ठीक है, कालालंपुर है, बिलासपुर है या दिसपुर है। तो इसका आंसर है जी कितने है जी वो मणिपुर दे विच। तो ये जिहड़ा तैरन वाला है वो मणिपुर दे विच है, ठीक है। तो ये मणिपुर दे विच उसका जिहड़ा नाम है जी उसका नाम हैगा केओबुल लैमजो, ठीक है जी। ये उस पार्क का नाम हैगा। ये कित्थे बनया हुआ है जी, ये बनया हुआ है जी लोकटिक झील के उत्ते, लोकटिक लेक है जी ये उहदे उत्ते है जी जिहड़ा बनया हुआ है, ठीक है जी। तो मणिपुर दे विच ये है लोकटिक एक झील है, उहदे विच ये तैरदा नेशनल पार्क है जिहड़ा बनाया गया। 222 नंबर क्वेश्चन द वर्ड जीन वाज गिवन बाय। तो जीन शब्द किसने दिता सी। देखो जीन के बारे आप बहुत सारे क्वेश्चन कर चुके हैं। तो आपको पता है भी जीन मैंडल नू फादर ऑफ जैनेटिक कहा जाता है। आप हरगोबिंद खुराना जी वाला क्वेश्चन भी किया सी जिन्होंने आर एन ए सी जोड़ा वो पहली बार बना के दिखाया सी लैब के विच। पर जो शब्द जीन है वो किने दिता, तो वह है जी जॉनसन ने। जॉनसन नाम के बोटैनिक सी जिहड़े 1909 ਦੇ ਵਿੱਚ ਇਹਨਾਂ ਨੇ ਇਹ शब्द दिता ਸੀਗਾ जी, ठीक है। कितों ਦੇ ਸੀ ये डैनिश, ये डैनिश ਦੇ ਸੀ जी जॉनसन ने 1909 ਦੇ ਵਿੱਚ। अच्छा 1909 ਤੋਂ ਮੇਰੇ एक होर गल याद आ जाती है, ठीक है। सोरनसन याद आ जाता मेरे, सोरनसन ने ਲੱਭਿਆ ਸੀ जी PH पेपर, PH पेपर ਲੱਭਿਆ ਸੀ। ਇਹਨਾਂ ਨੇ भी ਇਹ पेपर ਸੀ ਜਿਹੜਾ ਉਹ 1909 ਦੇ ਵਿੱਚ ਹੀ ਲੱਭਿਆ ਸੀ। तो अगे चलते हैं जी क्वेश्चन नंबर 223। सारे ही क्वेश्चन है जोड़े SSC लैवल के क्वेश्चन ने। तो मेरा चैनल है जोड़ा यूट्यूब पर तो सोनी साइंस क्लासेस के नाम के उपर ही मिल जाऊगा, तुसी उसनू लाइक करो, सबसक्राइब करो। अगे चलते क्वेश्चन फॉर ए कलर ब्लाइंड परसन रैड कलर अपीयर इज। रंग जोड़ा व्यक्ति कलर ब्लाइंडनेस यानी कि जोड़ा रंग नहीं पछाण सकता उस व्यक्ति को लाल कलर है जोड़ा वो किस तरह का दिखता है। देखो बहुत सारे व्यक्तियों ये बीमारी होंगी है भी उन्होंने रंगा की पहचान नहीं होती, ठीक है। तो उन्होंने जो लाल रंग है वो किहो जिहा दिखूगा। तो याद रखना जी लाल रंग है जो उसनों दिखूगा जी वो ग्रीन। तो लाल रंग की दिखूगा जी उसनों ग्रीन दिखूगा। अगे चलते जी क्वेश्चन नंबर 224 द कलर ब्लाइंड परसन मैरी विद ए नॉर्मल वूमन। एक व्यक्ति रंगा की पहचान नहीं होंगी, उसनों ये बीमारी है रंग ना पहचानने की उसनों बीमारी है, वो एक आम औरत के नाल विआह करा लैंदा है। कहना मतलब उसकी अखां विच कोई दोष नहीं, एक दी अखां विच एक दोष है। तो उन्हां विच अन्नापन पैदा होंदा है जिहड़ा गाहां जाके ब्लाइंडनेस पैदा होंदा है, ठीक है ना। कहना वो की च होऊगा, उहदे सन च होऊगा, उन्हां दी कुड़ी च होऊगा, मुंडे दे मुंडे च होऊगा जां कुड़ी दी कुड़ी च होऊगा। देखो ये क्वेश्चन जिहड़ा आ गया जी अपने कोले बहुत ही इंपॉर्टेंट क्वेश्चन बन गया ये हैरिडिटी का। ਆਪਾਂ ਨੂੰ ਪਤਾ ਹੈ ਜਿਹੜੇ जीन ट्रांसफर ਹੁੰਦੇ ਹੈ ਉਹ ਆਪਾਂ ਨੂੰ मदर ਤੇ फादर, ठीक है जी, मदर ਤੇ फादर ਤੋਂ ਹੁੰਦੇ ਹੈ। ਆਪਾਂ ਨੂੰ ਪਤਾ ਵੀ जीन पेयर ਦੇ ਵਿੱਚ ਹੁੰਦੇ ਹੈ ਤੇ ਜਦੋਂ ट्रांसफर ਹੁੰਦੇ ਹੈ ਤਾਂ ਉਹ ਸਿੰਗਲ ਹੁੰਦੇ ਹੈ। ਦੇਖੋ ਜੇਕਰ ਆਪਾਂ ਗੱਲ ਕਰੀਏ ਤਾਂ फादर ने X ਤੇ Y क्रोमोसोम देने ਹੁੰਦੇ ਹੈ ਤਾਂ मदर ने XX क्रोमोसोम देने ਹੁੰਦੇ ਹੈ। यानी कि ਜਿਹੜਾ भी बच्चा आऊगा ਉਹਦੇ ਵਿੱਚ ਜਿਹਦੇ ਜਦ x ਆਊਗਾ ਜਾਂ XY ਆਊਗਾ ਜਾਂ ਫਿਰ ਦੁਬਾਰੇ XX ਤੇ XY ਦੇ ਪੇਅਰ ਬਣਨਗੇ, ਯਾਨੀ ਕਿ 50-50% ਦੇ ਪੇਅਰ ਬਣਦੇ ਆ। ਪਰ ਜੇ ਆਪਾਂ ਮੈਂਡਲ ਦੀ ਥਿਊਰੀ ਪੜ੍ਹਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਜਿਹੜੀ ਫਸਟ ਜਨਰੇਸ਼ਨ ਹੈ, ਜੇ ਆਪਾਂ ਮਟਰ ਦੇ ਦਾਣੇ ਵਾਲੇ ਉਹਦੇ ਐਕਸਪੈਰੀਮੈਂਟ ਪੜ੍ਹਦੇ ਹਾਂ, ਫਸਟ ਜਨਰੇਸ਼ਨ ਦੇ ਵਿੱਚ ਇਹ ਕੋਈ ਵੀ ਜਿਹੜਾ ਜੀਨ ਹੈ ਉਹ ਆਪਦੇ ਆਪ ਨੂੰ ਅੱਗੇ ਨਹੀਂ ਦਿਖਾਉਂਦਾ, ਉਹ ਮੂਹਰੇ ਨਹੀਂ ਆਉਂਦਾ। कहने का मतलब पहली जी पीढ़ी निकलती है ਉਹਦੇ ਵਿੱਚ ਇਹਨਾਂ ਚੋਂ ਕੋਈ भी है ਜਿਹੜਾ ਲੱਛਣ नहीं दिखूगा, यानी कि अन्नापन ਜਿਹੜਾ पहली पीढ़ी नहीं दिखूगा, ठीक है जी। तो फिर ਜਿਹੜਾ X क्रोमोसोम है,
ठीक है ना, ਉਹ ही जेकर फादर वालों दिता जाता है तो अगे जाके हुण जेकर इन्हां दा सन है, देखो फिर सन ने तो फिर एक्स ते वाई दे विच ਉਹੀ आ गया, गाहां सन दे नाल जिहड़ा ਵਿਆਹਿਆ जाऊगा वो कोई होर फैमिली चों आऊगा तो संभव ही नहीं हैगा। तो इत्थे जिहड़ी डॉटर है वो डॉटर दी गाहां जिहड़ी डॉटर आऊगी वो च सेम जीन चला गया, सेम जीन चला गया, तो इसका जो अपने को आंसर बनूगा जी वो डॉटर ऑफ देयर डॉटर, यानी कि सैकेंड जनरेशन के जाके आपां नूं ये दिखूगा, वो भी किस दे विच दिखूगा, डॉटर दी डॉटर दे विच जाके ये आपां नूं लक्षण है जिहड़ा दिखूगा जी। अगे चलते हैं क्वेश्चन नंबर 225, डबल हैलिक्स मॉडल ऑफ डीएनए किसने दिता है। हुण तुसीं डीएनए का मॉडल आपां पहला भी बहुत बारी पढ़ लिया, डीएनए का मॉडल जिहड़ा है इस तरह हुंदा है, आप इहदे नाल दे क्वेश्चन पढ़े सी प्रोटीन बारे, डीएनए विच किहड़े तरह का प्रोटीन हुंदा है, तो जिहड़ी ये डायग्राम है, ये जिहड़ा डायग्राम है वो किसने दिती है, तो ये दिती है जी दो बॉटनिक ने, वेस्टन एंड क्रिक ने, ये दिती है जी 1953 दे विच, 1953 दे विच इन्हां ने ये डायग्राम है ना जिहड़ी सी डीएनए दी एक्सप्लेन कीती सी। क्वेश्चन नंबर 226, द नेम ऑफ द विच डिसीजेज अमंग द फॉलोइंग मीन ईवल इन्फ्लुएंस ऑफ द स्टार, मतलब किहड़ी बीमारी है जिसका मतलब है तारे का बुरा प्रभाव, तो ये इन्हां चों किहड़ी बीमारी है जिसनूं तारे के बुरे प्रभाव के नाम नाल भी जानिया जाता है। तो देखो मैं इनू याद कराने वास्ते कहूँगा भी इन्फ्लुएंस लिखे ना, इन्फ्लुएंस तो ही बना लो शब्द इन्फ्लुएंजा, ठीक है, इन्फ्लुएंस का मतलब तो प्रभाव है, याद रखने वास्ते इन्फ्लूएंज आ गया, इन्फ्लूएंज आ गया, तो आप याद रखना जी इन्फ्लुएंजा, यानी कि इनफ्लू फ्लू यानी कि जिहड़ा आपां नूं जुकाम लग जाता, चिक्का लग जांदियां ने, वायरस करके इन्फ्लुएंजा फैलदा है, ਉਹਦੇ करके जिहड़ा है जी ये बीमारी होंदी है। अगे चलते हैं क्वेश्चन नंबर 227, विच डिसीजेज इज कॉज्ड बाय निकल, हेर लिखिया विचों किहड़ी बीमारी निकल दे करके होंदी है। हुण निकल एक मैटर धात है जी, आपां नूं पता है NiO का फार्मूला हुंदा है। हुण तुसीं देखो आपां नूं इहदे नाल जिहड़ी हुंदी है ना वो हुंदी है खुजली, निकल करके जे निकल बॉडी ते लग जाता है, ज़्यादा गंभीर बीमारी नहीं करता कोई, ठीक है, एक की पैदा करता है रैशेज से खुजली पैदा करता है, तो उन्होंने पता हो एक डर्मी नाम का पाउडर आता है, देखो ठीक है, डर्मीकूल, तो डर्मीकूल नाम का पाउडर आता है, ठीक है, तो डर्मी तो ही आप याद रखना है जी डरमैटिसिस, यानी कि खाज खुजली नूं खत्म करने वाला, ठीक है, पाउडर है। तो इस तरह ही डरमैसिस वो बीमारी है जिहड़ी निकल करके हो जाती है, यानी कि खाज है जिहड़ी खुजली है जिहड़ी वो बढ़ जाती है, रैशेस बढ़ जाते हैं शरीर के उत्ते। अगे चलते ही क्वेश्चन नंबर 228, चिल्ड्रन स्पैशली इन वैसटर्न कंट्रीज, वो बच्चे जिहड़े पश्चिमी देशों में पैदा होंदे ने, हू रिसीव द वैरी लिटल सनशाइन, जिन्हां नूं धुप्प घट महसूस होंदी है मिलती है, उन्हां नूं किहड़ी बीमारी हो जाती है जी। हुण देखो आपां हुणी पढ़ के गए जी, डरमैटिस तो नहीं आऊगा क्योंकि खाज खुजली है, स्कर्वी जिहड़ी दंदां दा रोग है, ठीक है जी, दंद जिहड़े सड़न लग जाते हैं, विटामिन सी की कमी नाल हुंदा है। क्वाशियोकोर है जिहड़ा वो आपां पढ़िआ वो भोजन दे विच है जिहड़ा मिनरल्स की कमी नाल हो जाता है, तो धुप्प जे ना मिले तो विटामिन डी की कमी हो जाती है, विटामिन डी की कमी हो जाती है, तो जे विटामिन डी की कमी हो जाए तो रिक्टस हो जाता है जी। रिक्टस हुंदा है लत्तां दा विंगा होना, जो बच्चों दी लत्तां छोटे बच्चों की लत्तां विंगियां होने लग जाती हैं तो उसमें आप बोलते हैं रिक्टस। तो ये पश्चिमी देशों में ज़्यादा देखने को मिलता है क्योंकि वो ठंडे देश ने। क्वेश्चन नंबर 229, ब्लड ग्रुप ए बी हैज़, ब्लड ग्रुप ए बी दे विच की हुंदा है, नो एंटीजन, कोई एंटीजन नहीं हुंदा, नो एंटीबॉडी, कोई एंटीबॉडी नहीं हुंदा, नाइदर एंटीजन नॉर दोने नहीं होंगे या दोने होंगे है, तो की अपने को होंगे जी। तो देखो पहली गल तो मैं इत्थे दस्सां भी एंटीजन तो एंटीबॉडी है की। देखो जिहड़े एंटीजन है ना ये भी प्रोटीन होंगे, एंटीजन भी तो एंटीबॉडी भी प्रोटीन होंगे है, पर जिहड़े एंटीजन है ये तो मिलते हैं प्लाज्मा च, ब्लड प्लाज्मा च, जिहड़ी एंटीबॉडीज ने ये मिलते हैं
RBC ਦੇ ਉੱਤੇ RBC ਦੇ ਉੱਤੇ ਰੈੱਡ ਬਲੱਡ ਸੈੱਲ ਦੇ ਉੱਤੇ ਮਿਲਦੇ ਨੇ। ਠੀਕ ਹੈ ਜੀ। ਐਂਟੀਬੋਡੀਜ਼ ਨੇ ਜਿਹੜੇ ਇਹ ਹੁੰਦੇ ਨੇ ਅੰਦਰੋਂ ਪੈਦਾ ਹੁੰਦੇ ਨੇ, ਇਹ ਆਪਣੇ ਆਪ ਪੈਦਾ ਹੁੰਦੇ ਨੇ। ਠੀਕ ਹੈ। ਤੇ ਕਿਸੇ ਹੋਰ ਬਾਹਰੀ ਚੀਜ਼ਾਂ ਨਾਲ ਲੜਨ ਵਾਸਤੇ ਆਪਣੀ ਹੌਸਲਾ ਬਣਾਈ ਬਣਾਉਂਦੇ, ਯਾਨੀ ਕਿ ਹੈਲਪ ਕਰਦੇ ਨੇ WBC ਦੀ। ਤਾਂ ਪਰ ਜਿਨ੍ਹਾਂ ਦਾ ਬਲੱਡ ਗਰੁੱਪ AB ਹੁੰਦਾ ਹੈ ਉਹਨਾਂ ਵਿੱਚ ਐਂਟੀਬੋਡੀ ਨਹੀਂ ਹੁੰਦੇ ਜੀ, ਉਹਨਾਂ 'ਚ ਐਂਟੀਬੋਡੀ ਨਹੀਂ ਹੁੰਦੇ। ਇਹਨੂੰ ਆਪਾਂ ਯੂਨੀਵਰਸਲ ਅਸੈਪਟਰ ਗਰੁੱਪ ਵੀ ਬੋਲਦੇ ਆ, ਕਿਉਂਕਿ ਇਹ ਖੂਨ ਲੈਣ ਵਾਲੇ ਹੁੰਦੇ ਜੀ, ਦੇਣ ਵਾਲੇ ਨਹੀਂ। ਇਹ ਕੋਈ ਵੀ ਖੂਨ ਹੈ ਜਿਹੜੇ ਲੈ ਸਕਦੇ ਆ। ਕੁਐਸਚਨ ਨੰਬਰ 230, ਟੂ ਰਿਡਿਊਸ ਦਾ ਟੂਥ ਡੀਕੇ ਮੋਸਟ ਟੂਥਪੇਸਟ ਕੰਟੇਨ ਏ। ਦੰਦਾਂ ਦੇ ਸੜਨ ਨੂੰ ਘੱਟ ਕਰਦੇ ਹਨ ਜ਼ਿਆਦਾਤਰ ਟੂਥਪੇਸਟ ਵਿੱਚ ਕੀ ਪਾਇਆ ਜਾਂਦਾ ਹੈ। ਆਪਾਂ ਟੂਥਪੇਸਟ ਦਾ ਕੁਐਸਚਨ ਬਹੁਤ ਵਾਰੀ ਕਰ ਲਿਆ। ਠੀਕ ਹੈ। ਤਾਂ ਆਨਸਰ ਜਿਹੜਾ ਇਹਦਾ ਹੈ ਜੀ ਫਲੋਰਾਈਡ। ਆਪਾਂ ਨੂੰ ਪਤਾ ਹੈ, ਜੇ ਆਪਾਂ ਪਹਿਲਾਂ ਇੱਕ ਕੁਐਸਚਨ ਕੀਤਾ ਸੀ ਵੀ ਜੇ ਫਲੋਰੀਨ ਪਾਣੀ ਵਿੱਚ ਆ ਜੇ ਤਾਂ ਦੰਦ ਆ ਜਿਹੜੇ ਝੜਨ ਲੱਗ ਜਾਂਦੇ ਆ, ਪਾਣੀ ਵਿੱਚ ਜੇ ਫਲੋਰੀਨ ਦੀ ਮਾਤਰਾ ਵੱਧ ਜੇ। ਠੀਕ ਹੈ। ਤਾਂ ਫਲੋਰਾਈਡ ਹੈ ਜਿਹੜਾ ਪਾਇਆ ਜਾਂਦਾ ਹੈ, ਦੰਦਾਂ ਨੂੰ ਸੜਨ ਨੂੰ ਉਹ ਘੱਟ ਕਰਦੇ ਆ, ਪਰ ਜੇ ਮਾਤਰਾ ਵੱਧ ਜਾਂਦੀ ਹੈ ਤਾਂ ਦੰਦ ਸੜਨ ਲੱਗ ਜਾਂਦੇ। ਕੁਐਸਚਨ ਨੰਬਰ 231, ਹਾਰਡ ਇਨੈਮਲ ਲੇਅਰ ਆਫ ਟੀਥ। ਦੇਖੋ ਆਪਣੇ ਦੰਦ ਆ ਜਿਹੜੇ ਵਾਈਟ ਹੁੰਦੇ ਆ, ਵਾਈਟ ਦੇ ਉੱਤੇ ਜਿਹੜੇ ਦੰਦਾਂ ਦਾ ਹੈ ਜਿਹੜੀ ਉਹਦੀ ਲੇਅਰ ਜੰਮੀ ਹੁੰਦੀ ਹੈ। ਠੀਕ ਹੈ ਜੀ। ਜਿਹੜੀ ਉਹਦੀ ਲੇਅਰ ਜੰਮੀ ਹੁੰਦੀ ਹੈ ਉਹ ਹੈ, ਉਹ ਕਾਹਦੀ ਬਣੀ ਹੁੰਦੀ ਹੈ? ਕੈਲਸ਼ੀਅਮ ਫਾਸਫੇਟ ਦੀ, ਕੈਲਸ਼ੀਅਮ ਆਕਸਾਈਡ ਦੀ, ਕੈਲਸ਼ੀਅਮ ਹਾਈਡਰੋ ਐਪੇਟਾਈਟ। ਤਾਂ ਆਨਸਰ ਹੈ ਜੀ ਆਪਣਾ ਕੈਲਸ਼ੀਅਮ ਹਾਈਡਰੋ ਐਪੇਟਾਈਟ। ਇਹਦਾ ਜਿਹੜਾ ਫਾਰਮੂਲਾ ਹੈ ਜੀ CaPO4 3OH2, ਇਹ ਜਿਹੜਾ ਫਾਰਮੂਲਾ ਹੈ ਜੀ। ਠੀਕ ਹੈ। ਕੈਲਸ਼ੀਅਮ ਜਿਹੜਾ ਹੈ ਇਹਨੂੰ ਬੋਲਦੇ ਕੈਲਸ਼ੀਅਮ ਹਾਈਡਰੋ ਆਕਸੀ ਐਪੇਟਾਈਟ। ਇਹ ਹੈ ਜਿਹੜਾ ਇਨੈਮਲ ਇਹਨਾਂ ਦਾ ਆਪਣਾ ਬਣਿਆ ਹੁੰਦਾ ਹੈ। ਕੁਐਸਚਨ ਨੰਬਰ 232, ਐਨ ਐਗਜ਼ਾਮਪਲ ਆਫ ਹਾਰਮੋਨ। ਇਹਨਾਂ ਵਿੱਚੋਂ ਕਿਹੜਾ ਹਾਰਮੋਨ ਹੈ? ਹਾਰਮੋਨ ਦੀ ਕਿਹੜੀ ਇਹਨਾਂ ਵਿੱਚ ਉਦਾਹਰਣ ਹੈ? ਦੇਖੋ ਰੈਨਿਨ, ਪੈਪਰਿਨ ਤੇ ਸਾਈਟੋਸਾਈਨ ਇਹ ਹਾਰਮੋਨ ਨਹੀਂ ਹੈਗੇ। ਇਹਨਾਂ ਚੋਂ ਜਿਹੜਾ ਹਾਰਮੋਨ ਹੈ ਉਹ ਕਿਹੜਾ ਹੈ ਜੀ? ਉਹ ਹੈਗਾ ਆਕਸੀਟੋਸਿਨ। ਆਕਸੀਟੋਸਿਨ ਨਾਂ ਦਾ ਹਾਰਮੋਨ ਹੈ। ਕੌਣ ਪੈਦਾ ਕਰਦਾ ਹੈ ਜੀ? ਇਹ ਪੈਦਾ ਕਰਦਾ ਹੈ ਜੀ ਹਾਈਪੋਥੈਲਮਸ ਗਲੈਂਡ। ਕੌਣ ਪੈਦਾ ਕਰਦਾ ਹੈ ਜੀ ਆਪਣਾ? ਇਹ ਹਾਈਪੋਥੈਲਮਸ। ਕਿੱਥੇ ਹੁੰਦਾ ਜੀ ਇਹ ਹੁੰਦਾ ਜੀ ਬ੍ਰੇਨ ਦੇ ਵਿੱਚ। ਬ੍ਰੇਨ ਦੇ ਵਿੱਚ ਹੁੰਦਾ ਹੈ। ਹਾਈਪੋਥੈਲਮਸ ਨਾਂ ਦਾ ਗਲੈਂਡ ਹੈ ਜਿਹੜਾ ਇਹ ਪੈਦਾ ਕਰਦਾ ਹੈ। ਠੀਕ ਹੈ ਜੀ। ਆਕਸੀਟਾਈਸਨ। ਆਕਸੀਟਾਈਸਨ ਕੰਮ ਕੀ ਕਰਦਾ? ਥੋੜਾ ਜਿਹਾ ਆਪਾਂ ਇਹ ਵੀ ਦੇਖ ਲਈਏ। ਇਹ ਜਿਹੜੀਆਂ ਫੀਮੇਲਸ ਹੁੰਦੀਆਂ ਉਹਨਾਂ ਦੇ ਵਿੱਚ ਜਿਹੜੀਆਂ ਫੀਮੇਲਸ ਦੇ ਬੱਚਿਆਂ ਨੂੰ ਦੁੱਧ ਪੈ ਜਾਂਦੀਆਂ ਨੇ। ਠੀਕ ਹੈ। ਯਾਨੀ ਕਿ ਮਦਰਸ ਹੁੰਦੀਆਂ ਨੇ ਜਿਹੜੀਆਂ। ਠੀਕ ਹੈ। ਇਹ ਉਹਨਾਂ ਦੀ ਲੈਕਟੇਸ਼ਨ ਨੂੰ ਯਾਨੀ ਕਿ ਦੁੱਧ ਆਉਣ ਦੇ ਵਿੱਚ ਹੈਲਪ ਕਰਦਾ ਹੈ। ਠੀਕ ਹੈ। ਇਹ ਯੂਟੇਰਸ ਦੇ ਵਿੱਚ ਠੀਕ ਹੈ ਉਹਨਾਂ ਦੀ ਬੱਚੇਦਾਨੀ ਦੇ ਵਿੱਚ ਬੱਚੇ ਨੂੰ ਵਧਣ ਵਾਸਤੇ ਜਾਂ ਬੱਚੇਦਾਨੀ ਨੂੰ ਗਰੋਥ ਕਰਨ ਵਾਸਤੇ ਹੈਲਪ ਕਰਦਾ ਹੈ। ਯਾਨੀ ਕਿ ਓਵਰਆਲ ਹੈ ਜਿਹੜਾ ਠੀਕ ਹੈ ਨਾ ਸੈਕਸੂਅਲ ਕੰਟੈਕਟ ਦੇ ਨਾਲ ਸੰਬੰਧਿਤ ਇਹ ਬਣ ਜਾਂਦਾ ਹੈ। ਫੀਮੇਲ ਨਾਲ ਰਿਲੇਟਡ ਬਣਦਾ ਹੈ। ਮਤਲਬ ਇੱਕ ਤਾਂ ਠੀਕ ਹੈ ਨਾ ਬ੍ਰੈਸਟ ਤੇ ਯੂਟੇਰਸ ਇਹ ਦੋ ਆਰਗਨ ਹੈ ਜਿਹੜੇ ਇਹਨਾਂ ਨੂੰ ਐਕਟਿਵ ਕਰਨ ਦੇ ਵਿੱਚ ਇਹ ਹੈਲਪ ਕਰਦਾ ਹੈ ਆਕਸੀਟੋਸਿਨ। ਅੱਗੇ ਚੱਲਦੇ ਜੀ। ਦਾ ਪਾਰਟ ਆਫ ਦਾ ਬ੍ਰੇਨ ਵਿਚ ਕੰਟਰੋਲ ਇਮੋਸ਼ਨ ਰਿਐਕਸ਼ਨ ਇਨ ਆਵਰ ਬੋਡੀ। ਦਿਮਾਗ ਦਾ ਉਹ ਹਿੱਸਾ ਜੋ ਸਾਡੇ ਸਰੀਰ ਵਿੱਚ ਭਾਵਨਾਤਮਕ ਪ੍ਰਤੀਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ। ਜਿਹੜਾ ਆਪਣੇ ਸਰੀਰ ਵਿੱਚ ਭਾਵਨਾਤਮਕ ਕਿਰਿਆਵਾਂ ਨੂੰ ਕੀ ਕਰਦਾ ਹੈ ਜੀ? ਕੰਟਰੋਲ ਕਰਦਾ ਹੈ। ਠੀਕ ਹੈ। ਤਾਂ ਇਸ ਦਾ ਜਿਹੜਾ ਆਪਣਾ ਹੈ ਜੀ ਤਾਂ ਉਹ ਵੀ ਉੱਤਰ ਕੀ ਹੈ ਆਪਣਾ? ਦੇਖੋ ਦਿਮਾਗ ਦਾ ਹੈ ਨਾ, ਤਾਂ ਦਿਮਾਗ ਦੇ ਵੈਸੇ ਤਾਂ ਸਾਰੇ ਦਿਮਾਗ ਦੇ ਪਾਰਟ ਨੇ, ਸੈਰੀਬਰਮ ਵੀ, ਥੈਲਮਸ ਵੀ, ਮੀਨਿੰਗਸ ਵੀ, ਇਹ ਤਾਂ ਦਿਮਾਗ ਦੇ ਮੇਨ ਪਾਰਟ ਹੀ ਨੇ। ਤਾਂ ਇਹਦਾ ਜਿਹੜਾ ਆਨਸਰ ਹੈ ਜੀ ਆਪਣਾ ਉਹ ਹੈਗਾ ਹਾਈਪੋਥੈਲਮਸ। ਹਾਈਪੋਥੈਲਮਸ ਹੈ ਜਿਹੜਾ ਉਹ ਕੀ ਕਰਦਾ ਹੈ ਜੀ? ਇਸ ਨੂੰ ਕੰਟਰੋਲ ਕਰਨ 'ਚ ਹੈਲਪ ਕਰਦਾ ਹੈ। ਅੱਗੇ ਚੱਲਦੇ ਜੀ। ਕੁਐਸਚਨ ਨੰਬਰ 234, ਹੂ ਇਨਵੈਂਟਡ ਦਾ ਬੈਟਰੀ। ਬੈਟਰੀ ਦੀ ਜਿਹੜੀ ਖੋਜ ਹੈ ਜੀ ਉਹ ਕਿਸ ਨੇ ਕੀਤੀ? ਬੈਟਰੀ ਦੀ ਜਿਹੜੀ ਖੋਜ ਹੈ ਉਹ ਕਿਸ ਨੇ ਕੀਤੀ? ਵੋਲਟਾ, ਰੌਂਗਟਨ, ਫੈਰਾਡੇ ਜਾਂ ਮੈਕਸਵੈਲ। ਦੇਖੋ ਰੌਂਗਟਨ ਦਾ ਆਪਾਂ ਪੜ੍ਹ ਲਿਆ ਸੀ ਪਹਿਲਾਂ, ਐਕਸਰੇ ਦੀ ਡਿਸਕਵਰੀ ਕੀਤੀ ਸੀ ਇਹਨਾਂ ਨੇ। ਮੈਕਸਵੈਲ ਹੈ ਜਿਹੜੇ ਇਹਨਾਂ ਨੇ ਜ਼ਿਆਦਾ ਜਿਹੜੀ ਡਿਸਕਵਰੀ ਹੈ ਤੇ ਇਹਨਾਂ ਨੇ ਦੋਨਾਂ ਨੇ ਇਲੈਕਟ੍ਰਿਸਿਟੀ ਦੇ ਵਿੱਚ ਜ਼ਿਆਦਾ ਕੀਤੀ ਹੈ, ਮੈਗਨੇਟ ਦੇ ਵਿੱਚ ਜ਼ਿਆਦਾ ਕੀਤੀ ਹੈ। ਵੋਲਟਾ ਸੀ ਜਿਹੜੇ ਇਹਨਾਂ ਨੇ
सैल बनाया सी जी। ठीक है, वैसे आप लकलेंचे भी पढ़ते हैं बैटरी वास्ते, पर जे आप ड्राई सैल की गल करते हैं तो जेडे कैमिकल स्टोर होंगे, ठीक है, वो सी जी वोल्टा ने की सी, वोल्टा ने खोज की सी जी बैटरी की। अगे चलते हैं जी क्वेश्चन नंबर 235। द ब्लू कलर ऑफ द स्काई इज ड्यू टू द फिनोमिना ऑफ, जिहड़ा आसमान का नीला रंग है वो किस दे कारण होंदा है। आसमान का नीला रंग, देखो आप पढ़ते हैं भी जी सनलाइट है ना, वो किन्ने कलर की बनी हुई है जी, 7 कलर की बनी हुई है, 7 कलर की बनी हुई है। ठीक है, 7 कलर की बनी हुई है। जो वो अपने एटमोसफेयर के विच दी टपदी है तो वह की कर जाती है जी, स्कैटर कर जाती है। स्कैटर का मतलब होंगे जी खिंडना, तो खिंड जाती है। जिहड़ा ब्लू कलर होंदा है उसकी वेवलेंथ घट होने करके वो पहला ही खिंड जाता है, मतलब आकाश के विच ही खिंड जाता है, बहुत पहला ही खिंड जाता है। इस करके जिहड़ा सारा आसमान है वो आपां नूं नीला दिखता है। इसका जिहड़ा आंसर आंदा जी अपना वो आंदा स्कैटरिंग। उम्मीद है बच्चों साथियों तुहानूं समझ आ रहा होगा। तो ये सारे क्वेश्चन है जिहड़े SSC लैवल के ने। ठीक है, तो मेरे चैनल का नाम सोनी साइंस क्लासेस है। जेकर तुसीं यूट्यूब पर सर्च करोगे तो बड़ी आसानी नाल ये मिल जाएगा। तो ये सीरीज चल रही है अपनी 1000 क्वेश्चनों की। जेकर तुसीं ये 1000 क्वेश्चन करते हो तो मैं शर्त ला के कहना भी तुहानूं बहुत हैल्प मिलूगी, क्योंकि मैं सिर्फ क्वेश्चन ही एक्सप्लेन नहीं कर रहा, नाल नाल तुहानूं टॉपिक एक्सप्लेन करने की भी पुरजोर कोशिश कर रहा। फाइनल इमेज प्रोड्यूस बाय सिंपल माइक्रोस्कोप। जी हम सिंपल माइक्रोस्कोप होंगी है, देखो दो तरह की माइक्रोस्कोप होंगी है, एक होंगी है सिंपल, एक होंगी है कंपाउंड। जी कंपाउंड माइक्रोस्कोप होंगी है तो सिंपल, पहला आप इन्हां फर्क समझते हैं। जी सिंपल होंगी है ना, वो इको ही कन्वैक्स लेंज लग्या होंदा है। जी कंपाउंड होंगी है ना, वो 2 कन्वैक्स लेंज लगे होंगे। पहला तो यह फर्क है। इन्हें पूछ लिया एक सधारण यानी कि सिंपल माइक्रोस्कोप द्वारा की गई अंतिम तस्वीर केड़ी है। हुण देखो जे मान लो मैं इत्थे खड़ा तो ये उत्ते जो फोटो किरणा पैणगियां तो यह की करूँगा जी, इनू इस तरह मोड़ दूंगा, एक किरण है जी इस तरह वग जूगी, तो जी ये इमेज बनाऊगा वो इधरले पासे इकट्ठियां होके इस तरह आ इमेज बन जू जी, आ वाली। जो ये लैंज के बैक साइड बनूगी तो यह बनती है जी वर्चुअल अते इरैक्ट। पंजाबी च बन गया जी आभासी अते इरैक्ट का मतलब हो गया जी सीधा। आभासी अते सीधी इमेज बनेगी सिंपल माइक्रोस्कोप राही। ठीक है जी। क्वेश्चन नंबर 237। सिलेंड्रिकल लेंज इज यूज्ड बाय ए पर्सन सफरिंग फ्रॉम, एक व्यक्ति जो ठीक है जिसनों बीमारी है उस दे विच सिलेंड्रिकल यानी कि सिलेंडर आकार के लेंज लाए जाते हैं। ठीक है, उसनों केड़ी बीमारी होती है जी, देखो मायोपिया ते हाइपरमेट्रोपिया अपन 10वीं क्लास की किताब के पढ़ाया जाता जी। ਉਹਦੇ ਵਿੱਚ ਆਪਾਂ ਕਨਕੇਵ ਤੇ ਕਨਵੈਕਸ ਲੈਂਜ ਜਿਹੜੇ ਵਰਤਦੇ ਆ। ਪ੍ਰੈਸ ਬਾਇਓਪੀਆ ਵਿੱਚ ਆਪਾਂ ਡਬਲ ਕਨਕੇਵ ਜਾਂ ਡਬਲ ਕਨਵੈਕਸ ਲੈਂਜ ਵਰਤਦੇ ਆ। ਇਹ ਬੁਢਾਪੇ ਕਰਕੇ ਹੋ ਜਾਂਦਾ ਹੈ। ਠੀਕ ਹੈ, ਬੁਢਾਪੇ ਕਰਕੇ ਇਹਦੇ ਵਿੱਚ ਦੋਨਾਂ ਹੀ ਰੋਗ ਹੋਣ ਲੱਗ ਜਾਂਦੇ, ਉਹਨੂੰ ਪ੍ਰੈਸ ਬਾਇਓਪੀਆ ਕਿਹਾ ਜਾਂਦਾ ਹੈ। ਐਸਟਿਗਮੇਟਿਜ਼ਮ ਕੀ ਹੁੰਦਾ ਜੀ, ਆਪਾਂ ਕਹਿੰਦੇ ਟੀਰਾਪਨ ਜਾਂ ਪੈਂਗਾਪਨ, ਯਾਨੀ ਕਿ ਜਿਹੜਾ ਡੇਲਾ ਹੈ ਉਹ ਥੋੜਾ ਟੇਢਾ ਹੋ ਜਾਂਦਾ ਹੈ। ਉਸ ਵਾਸਤੇ ਜਿਹੜਾ ਇਹ ਲੈਂਜ ਵਰਤੇ ਜਾਂਦੇ ਆ, ਸਿਲੈਂਡਰੀਕਲ ਵਰਤੇ ਜਾਂਦੇ ਆ। तो आंसर है जी एस्टिगमैटिज्म, जिसका मतलब होता है टीरापन। ठीक है जी, वो ठीक करने वास्ते है जिहड़ा ये वरत्या जाता है। अगे चलते हैं जी इलैक्ट्रॉन माइक्रोस्कोप वाज इन्वेंटेड बाय। इलैक्ट्रॉन माइक्रोस्कोप की खोज है जी, देखो सिंपल माइक्रोस्कोप की खोज किहने की है। सिंपल माइक्रोस्कोप नूं तां आपां नूं 9वीं क्लास दे विच ही आ जाता जी। ठीक है, 9वीं क्लास दे विच आपां नूं पढ़ाया जाता है माइक्रोस्कोप बारे। ठीक है, सैल चैप्टर के जो आप सैल थ्योरी पढ़ते हैं, ठीक है, उत्थे आ जाता है। पर गल यह भी इलैक्ट्रॉन माइक्रोस्कोप की खोज किसने की है। इलैक्ट्रॉन माइक्रोस्कोप की खोज की है जी नोल एंड रस्का ने। ठीक है जी, 1931 के जी इन्होंने इलैक्ट्रॉन माइक्रोस्कोप सी जी, ठीक है ना, बनाई सी। ठीक है जी गल।
ਲਿਓਨਹੋਕ ਨੇ ਸਿੰਪਲ ਮਾਈਕਰੋਸਕੋਪ ਬਣਾਈ ਸੀ, ਲਿਓਨਹੋਕ। ठीक है, ਆਪਾਂ ਲਿਓਨਹੋਕ पढ़ते हैं जी। पर ਜਿਹੜਾ ਇਸ क्वेश्चन आंसर है जो है नॉल एंड रस्का। अगे चलते क्वेश्चन नंबर 239, हू डिस्कवर प्रोटोन। ये बड़ा वधिया क्वेश्चन है, प्रोटोन की खोज किसने की। देखो जो आप जे थॉमसन का एक्सपैरीमेंट पढ़ते ना, जे थॉमसन का, जे थॉमसन ने खोज की थी इलैक्ट्रॉन की। हुण जे थॉमसन के प्रैक्टिकल जो कैथोड किरण वाला प्रैक्टिकल है, ठीक है, वो प्रैक्टिकल जो करके देखा सी जी, वो करके देखा सी ई गोल्डस्टीन ने। ई गोल्डस्टीन ने कैथोड रे जिहड़ियां हुंदियां ने वो किवें जांदियां ने, कैथोड रे सॉरी कैंडल रे, कैथोड रे वाला तां थॉमसन ने कर लिया सी, तां कैंडल रे वाला एक्सपैरीमेंट ई गोल्डस्टीन ने भी करके देखा। ई गोल्डस्टीन ने दस्सिया भी कहना भी जिहड़ा पॉजिटिव चार्ज है वो है जिहड़ा वो भी मूव करदा नाल नाल, पर पेटेंट है जिहड़ा ये प्रोटोन पॉजिटिव चार्ज वाला एलीमेंट वो रदरफोर्ड के नाम के उत्ते है जी। तो आंसर आता है जी अर्नेस्ट रदरफोर्ड। तो न्यूक्लियस की जी खोज है वो भी रदरफोर्ड ने की है जी। न्यूक्लियस की जी खोज है वो भी रदरफोर्ड ने की है। अगे चलते हैं क्वेश्चन नंबर 240, द कलर ऑफ द स्टार्स डिपेंड ऑन। तारिਆਂ बारे पहला 10वीं किताब एक लैसन होंदा सी, उन्होंने वाहवा कट दिता गया। तारिਆਂ का जिहड़ा रंग है वो किते निर्भर करता है, दूरी ते, एटमोसफेयर के प्रैशर से, रेडियस से। तो आंसर है जी तापमान, टैंपरेचर। देखो तारिਆਂ का रंग है जिहड़ा, तारे वाइट कलर के भी होंगे है, तारे रैड कलर के भी होंगे है, तारे येलो कलर के भी होंगे है। देखो आपां नूं तां सारे तारे चिट्टे ही दिखते हैं क्योंकि आप बहुत दूरी से बैठे हैं। ये तारे दे विच जिहड़ियां उस विचलियां गैसां करके, हाइड्रोजन हीलीयम जिहड़ियां गैसां ने उन्हां करके जिहड़ा उहदा टैंपरेचर बन रहा है, उहदे करके। देखो टैंपरेचर करके आप स्टोव ते देखदे ना, पीला रंग भी होंदा है गैस का, यानी कि लाट का, ठीक है ना, फ्लेम का, तो येलो कलर भी होंदा है, रैड कलर भी होंदा है, ब्लू कलर भी होंदा है। इस करके जिहड़ा टैंपरेचर पर डिपेंड करता है जी तारिਆਂ का रंग भी। रेडार इज यूज टू, रेडार तुसीं देखिया होगा वो इस तरह छतरी जी लगी होंदी है बड़ी सारी, वो तो इस तरह रेडिएशन छड्डियां जांदी है। जे कोई हैलीकॉप्टर जाइया होवे किसी होर देश का, ठीक है, या ड्रोन किसी होर देश का होवे, तो इंडियन आर्मी है जिहड़ी उह नाल दी नाल पता कर लैंदी है। फिल्मां 'च तुसीं देखिया हो। तो की काम हुंदा जी, रेडार लोकेट करदा है सबमर्ज सबमरीन, कि समुंदर के विचलिया चीज़ों को लभदा है, नहीं जी। रिसीव सिग्नल फ्रॉम रेडियो रिसीवर, की सिग्नल कैच करता है जी, ये सिग्नल नहीं कैच करता है। डिटेक्ट एंड लोकेट डिस्टेंस ऑब्जेक्ट, ये डिटेक्ट करता है जी डिस्टेंस ऑब्जेक्ट, यानी कि दूर दियां चीज़ों को डिटेक्ट करने विच हेल्प करता है। रेडार की जी फुल फॉर्म होंदी है जी, वो होंदी है जी रेडियो डिटेक्टिंग एंड रेंजिंग। देखो रेंज का मतलब डिस्टेंस हो गया, यानी कि डिस्टेंस मतलब दूरी को मापन वाला, ठीक है। रेडियो वेव्स की यह हेल्प लैंदा है, जिहड़ियां वेव्स होंदियां ने वो रेडियो वेव्स होंदी है। तो रेडियो वेव्स की हेल्प के नाल दूरी मापी जाती है, कोई चीज़ कितनी दूर है वो देखी जाती है, तो उन्होंने बोलते हैं जी रडार है दी वरतों है, डिटेक्ट की जाती है एंड लोकेट किया डिस्टेंस। क्वेश्चन नंबर 242, वेरी इंपॉर्टेंट क्वेश्चन। डॉक्टर सी.वी. रमन वाज अवार्डेड नोबल प्राइज फॉर हिज वर्क कनैक्टेड विद द विच ऑफ द फॉलोइंग फिनोमिना ऑफ रेडिएशन। सी.वी. रमन जी नूं रेडिएशन दियां हेठ लिखिया घटनावां विचों किस नाल संबंधित उन्होंने काम लई नोबल पुरस्कार दिता गया सी। देखो रमन, डॉक्टर सी.वी. रमन सी ना जिहड़े, उन्होंने इस काम वास्ते नोबल प्राइज मिलिया सी, ठीक है। तो उन्होंने की किया सी, कहते जिहड़ा प्रैक्टिकल है ना, वैसे इसका एक नाम है रमन इफैक्ट, सी.वी. रमन जी के नाम के उत्ते ही रखा हुआ है, रमन इफैक्ट बोलते हैं। इन्होंने की किया सी ना, इन्होंने जी लाइट आ रही सी उस नूं दस्सिया सी भी लाइट की करती है ना, जो किसी पार्टिकल से पैंदी है ना वो स्कैटर कर जाती है। स्कैटर का मतलब खिंड जाती है, ठीक है। दो वेवलैंथ अड अड वेवलैंथ के खिंड जाती है,
ਇਹਨੂੰ ਰਮਨ ਇਫੈਕਟ ਕਹਿੰਦੇ ਆ। ਤਾਂ ਇਸ ਕਰਕੇ ਇਹ ਜਿਹੜਾ ਹੈ ਉੱਤਰ ਜੀ ਆਪਣਾ ਸਕੈਟਰਿੰਗ। ਦੇਖੋ ਡਾਇਫਰੇਸ਼ਨ ਦਾ ਮਤਲਬ ਹੁੰਦਾ ਲਾਈਟ ਦਾ ਮੁੜਨਾ, ਇੰਟਰਫੇਸ ਦਾ ਮਤਲਬ ਹੁੰਦਾ ਵੀ ਲਾਈਟ ਦਾ ਇਕੱਠਾ ਹੋ ਜਾਣਾ। ਠੀਕ ਹੈ, ਛੋਟੇ ਛੋਟੇ ਸਲੇਟਾਂ ਦੇ ਵਿੱਚੋਂ ਦੀ ਨਿਕਲ ਕੇ। ਪੋਲਰਾਈਜੇਸ਼ਨ ਹੈ ਜਿਹੜਾ, ਇਹ ਵੀ ਇਹਦੇ ਨਾਲ ਰਿਲੇਟਡ ਸ਼ਬਦ ਹੈ, ਪਰ ਇੱਥੇ ਹੈ ਜੀ ਖਿੰਡਣਾ, ਤਾਂ ਉੱਤਰ ਆਊਗਾ ਜੀ ਆਪਣਾ ਸਕੈਟਰਿੰਗ। ਅੱਗੇ ਚੱਲਦੇ ਹਾਂ। क्वेश्चन नंबर 243, 243 क्वेश्चन, which famous scientist was the first to look at the night sky through a telescope? किस मशहूर विज्ञानी ने सब तो पहला दूरबीन दे राही आसमान नूं देखा? तो देखो जी आपां नूं सब नूं पता है, तो गैलीलियो गैलीली सी जिहड़े इन्हां ने दूरबीन की खोज की सी, टैलीस्कोप सी जिहड़ी इन्हां ने बनाई सी। तो जे इन्हां ने बनाई सी तो फिर देखा भी इन्हां ने होगा। ठीक है, तो यह भी क्या आंदा जी, इन्हां ने सब तो पहला मून वाल देखा, मून दियां बड़ियां सोहणियां इन्हां ने पिक्चर्स देखियां। तो किते ना किते यह भी मन्निया जांदा भी लास्ट वाले समय विच इन्हां ने सन वाल भी दूरबीन कर ली सी, तो जिहड़ी है इन्हां दी जिहड़ी आईज है, ठीक है, वो है जिहड़ी खराब हो गई सी, अखां सी जिहड़ियां खराब हो गई सी। तो उत्तर है जी अपना गैलीलियो गैलीली। गैलीलियो के बहुत सारे एक्सपैरीमेंट है जिहड़े ग्रैविटेशन दे विच भी आपां नूं आंदे ने, बड़े फेमस, सारे ही फेमस साइंटिस्ट ने। निकोलस कोपरनिकस सी जिहड़े, इन्होंने आपां नूं दस्सिया सी भी धरती घूमदी है सूरज वाले, सूरज नहीं घूमदा। न्यूटन दे आपां एप्पल वाला एक्सपैरीमेंट पढ़दे हां। माइकल फैराडे सी जिहड़े, इन्होंने बिजली दी है जिहड़े प्रैक्टिकल है जिहड़े माइकल फैराडे कीते सी। इन्हां दी बड़े सारे विज्ञानियां दीयां बड़ियां रोचक जानकारियां भी ने। माइकल फैराडे किताबां दीयां दुकानां उत्ते लगे रहिंदे सी, जिलदा बनदे सी। न्यूटन दे पिता जी किसान सी, कोपरनिकस खुद एक पादरी सी, फादर सी, ते गैलीलियो गैलीली भी एक गरीब घर के व्यक्ति सी। ठीक है जी, अगे चलते हैं जी। क्वेश्चन नंबर 244, अ प्लांट विद ग्रीन लीव्स प्लेस इन द रेड लाइट। ठीक है जी, हरे पत्तियां वाला बूटा जिहड़ा लाल रोशनी विच हरे पत्ते वाला पौधा किवें दिखाई देगा? ठीक है जी, किवें दिखाई देगा जी? वो दिखाई देगा ब्लैक। ठीक है जी, क्वेश्चन नंबर 245, विच ऑफ द फॉलोइंग हैज द हाईएस्ट वेलोसिटी? इन्हां विचों सब तो तेज वेग किसदा है? देखो कॉस्मिक रेज, कॉस्मिक रेज किहड़ियां हुंदियां जी? जिहड़ियां ब्रह्मंड तो अपनी धरती ते पै रहियां ने। लाइट, सनलाइट, इलैक्ट्रॉन्स जिहड़े न्यूक्लियस दे विच एटम दे आले दुआले, एटम दे विच सॉरी न्यूक्लियस आले दुआले घूमदे ने। सुपरसोनिक वेव्स, कोई भी वेव्स। तो आपां नूं भी पता जी हुण तक जिहड़ी सब तो ज़्यादा स्पीड है वो किहदी कही जाती है जी? लाइट की। तो लाइट की स्पीड कितनी है जी? लाइट की स्पीड कितनी आती है? 3 गुणा 10 की पावर 8 मीटर पर सैकेंड, यानी कि 1 सकिंट दे विच 3 लाख किलोमीटर। 3 लाख किलोमीटर। मैं समझाना होना भी चंद्रमा लगभग 2,85,000 किलोमीटर है भी जी लाइट है, यह मतलब 1 सकिंट के चंद्रमा पर पहुँच जाती है। ठीक है जी, क्वेश्चन नंबर 246, टोटल इंटरनल रिफ्लैक्शन कैन नॉट प्लेस वैन लाइट गोज फ्रॉम। जदों रोशनी बाहर जाती है, देखो टोटल इंटरनल रिफ्लैक्शन होंदा जी कुल अंदरूनी रिफ्लैक्शन, अपवर्तन, प्रतिबिंब नहीं कहना चाहिए इत्थे, अंदरूनी अपवर्तन कहना चाहिए इनू, सॉरी अपवर्तन भी नहीं, परावर्तन, परावर्तन कहते हैं टोटल अंदरूनी परावर्तन। ये तुसीं देखिया जी, आपां देखिया भी जो आपां कई बार सड़क ते हुंदे आ, बहुत तेज धुप्प पई हुंदी है, आपां उपर बस दे विच बैठे हुंदे आ, तो आपां नूं सड़क ते की लगदा है? पानी लगदा है। ठीक है, पर जो आपां कोले आउणे आ तां आपां नूं पता लगदा पानी नहीं हैगा। इस तरह रेगिस्तान दे विच भी ये महसूस हुंदा है। ये कदों हुंदा जी? देखो मीडियम जिहड़ा हुंदा है, मीडियम का मतलब हुंदा है भी लाइट कित्थों दी पास करदी है। एक हुंदा जी संघना, एक हुंदा विरला, यानी कि हल्का ते भारी। संघना मतलब यानी कि डेंस, विरला मतलब ठीक है ना, आप कह सकते हैं जो डेंस ना हो, हल्का। हुण जे लाइट वाटर टू ग्लास जाती है
मतलब पानी तो हल्के तो भारे वाल बाकी ਇੱਥੇ ਹੋ ਗਈ ਜੀ ਭਾਰੇ ਤੋਂ ਹਲਕੇ ਵੱਲ, ਇੱਥੇ ਵੀ ਭਾਰੇ ਤੋਂ ਹਲਕੇ ਵੱਲ, ਇੱਥੇ ਵੀ ਭਾਰੇ ਤੋਂ ਹਲਕੇ ਵੱਲ। ਦੇਖੋ ਆਹ ਤਾਂ ਤਿੰਨੇ ਇੱਕੋ ਜਿਹੇ ਹੋ ਗਏ, ਤਿੰਨਾਂ ਵਿੱਚ ਲਾਈਟ ਹੈ ਜਿਹੜੀ ਉਹ ਭਾਰੇ ਤੋਂ ਹਲਕੇ ਵੱਲ ਜਾ ਰਹੀ ਹੈ। ਤਾਂ ਆਨਸਰ ਫਿਰ ਕੀ ਰਹਿ ਗਿਆ ਜੀ, ਹਲਕੇ ਤੋਂ ਭਾਰੇ। ਜਦੋਂ ਲਾਈਟ ਠੀਕ ਹੈ ਕੀ ਜਾਵੇ ਜੀ, ਹਲਕੇ ਤੋਂ ਭਾਰੇ ਵੱਲ ਜਾਵੇ, ਉਸ ਸਮੇਂ ਜੀ ਇਹ ਫਿਨੋਮੀਨਾ ਦੇਖਣ ਨੂੰ ਮਿਲਦਾ ਹੈ। ਠੀਕ ਹੈ ਜੀ, ਜਿਹਨੂੰ ਬੋਲਦੇ ਆ ਟੋਟਲ ਇੰਟਰਨਲ ਰਿਫਲੈਕਸ਼ਨ, ਕੁੱਲ ਅੰਦਰੂਨੀ ਪਰਾਵਰਤਨ। ਕੁਐਸਚਨ ਨੰਬਰ 247, ਹਾਫ ਲਾਈਫ ਆਫ ਏ ਰੇਡੀਓ ਐਕਟਿਵ ਐਲੀਮੈਂਟ ਡਿਪੈਂਡ ਔਨ ਦਾ। ਠੀਕ ਹੈ, ਰੇਡੀਓ ਐਕਟਿਵ ਐਲੀਮੈਂਟ ਜਿਹੜੇ ਹੁੰਦੇ ਨਾ ਉਹ ਆਪਣੇ ਆਪ ਹੀ ਪਏ ਪਏ ਖੁਰਦੇ ਰਹਿੰਦੇ ਜੀ। ਜਿਵੇਂ ਆਪਾਂ ਬਹੁਤ ਸਾਰੇ ਪੜ੍ਹ ਲਏ ਪਹਿਲਾਂ, ਪੋਲੋਨੀਅਮ, ਠੀਕ ਹੈ, ਰੇਡੀਅਮ, ਯੂਰੇਨੀਅਮ, ਠੀਕ ਹੈ, ਇਹ ਸਾਰੇ ਰੇਡੀਓ ਐਕਟਿਵ ਐਲੀਮੈਂਟ ਨੇ। ਕਹਿੰਦਾ ਇਹ ਇਹਨਾਂ ਦਾ ਅੱਧਾ ਜੀਵਨ ਕਾਲ ਨਿਰਭਰ ਕਰਦਾ ਹੈ, ਇਹ ਕਈ ਸਮੇਂ ਬਾਅਦ ਨਾ ਅੱਧੇ ਅੱਧੇ ਰਹਿ ਜਾਂਦੇ ਆ। ਮਤਲਬ ਕਿਸੇ ਦਾ ਟਾਈਮ ਪੀਰੀਅਡ 5 ਸਾਲਾਂ ਦਾ, ਕਿਸੇ ਦਾ 2 ਸਾਲ ਦਾ, ਕਿਸੇ 2 ਸਕਿੰਟ ਦਾ ਵੀ ਹੈ। ਠੀਕ ਹੈ, ਕਹਿੰਦਾ ਕੀ 'ਤੇ ਡਿਪੈਂਡ ਕਰਦਾ ਹੈ, ਐਲੀਮੈਂਟ ਦੀ ਮਾਤਰਾ 'ਤੇ ਡਿਪੈਂਡ ਕਰਦਾ ਹੈ, ਤਾਪਮਾਨ 'ਤੇ ਡਿਪੈਂਡ ਕਰਦਾ ਹੈ, ਪ੍ਰੈਸ਼ਰ 'ਤੇ ਡਿਪੈਂਡ ਕਰਦਾ ਹੈ। ਤਾਂ ਇਹਦਾ ਆਨਸਰ ਹੈ ਜੀ ਨੇਚਰ ਆਫ ਦਾ ਮਟੀਰੀਅਲ, ਇਹ ਮਟੀਰੀਅਲ ਦੇ ਨੇਚਰ 'ਤੇ ਡਿਪੈਂਡ ਕਰਦਾ ਹੈ। ਕੁਐਸਚਨ ਨੰਬਰ 248, ਤਾਂ ਇਹ ਸੀਰੀਜ਼ ਜਿਹੜੀ ਆਪਣੀ ਚੱਲ ਰਹੀ ਹੈ 1000 ਕੁਐਸਚਨ ਵਾਲੀ ਸੀਰੀਜ਼ ਚੱਲ ਰਹੀ ਹੈ। ਮੈਂ ਪਹਿਲਾਂ ਵੀ ਇਹ ਰਿਪੀਟ ਕਰ ਚੁੱਕਿਆ, ਬਹੁਤ ਸੋਹਣੇ ਕੁਐਸਚਨ ਮੈਂ ਤੁਹਾਡੇ ਲਈ ਲੈ ਕੇ ਆਇਆ, ਸਾਰੇ ਐਸਐਸਸੀ ਦੇ ਹੈ। ਪਿਛਲੇ ਕੁਐਸਚਨ ਸੀਟੈਟ ਦੇ ਵਿੱਚੋਂ ਵੀ ਲੈਤੇ ਗਏ ਨੇ, ਪੀਟੈਟ ਦੇ ਵਿੱਚੋਂ ਵੀ ਲੈਤੇ ਗਏ ਨੇ, ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ। ਤਾਂ ਤੁਹਾਡੇ ਨਾਲ ਇਸ ਦੇ ਜਿਹੜੇ ਹੈ ਸੀਟੈਟ, ਪੀਟੈਟ ਤੇ ਐਸਐਸਸੀ ਵਗੈਰਾ ਪੇਪਰ ਜਿਹੜੇ ਕਲੀਅਰ ਹੋਣਗੇ। ਮੇਰੇ ਚੈਨਲ ਦਾ ਨਾਮ ਸੋਨੀ ਸਾਇੰਸ ਕਲਾਸਿਸ ਹੈ, ਤੁਸੀਂ YouTube 'ਤੇ ਸਰਚ ਕਰੋਗੇ ਤੁਹਾਨੂੰ ਇਹ ਮਿਲ ਜੂਗਾ, ਅਤੇ ਤੁਸੀਂ ਇਸ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਅਤੇ ਆਪਣੇ ਸਾਥੀਆਂ ਨਾਲ ਜਿਹੜਾ ਸ਼ੇਅਰ ਵੀ ਕਰਿਓ। ਇੱਕ ਪੋਜ਼ੀਟਰੋਨ ਹੈਵਜ਼ ਦਾ ਸੇਮ ਮਾਸ। ਪੋਜ਼ੀਟਰੋਨ ਕੀ ਹੁੰਦਾ ਪਹਿਲਾਂ ਤਾਂ ਆਪਾਂ ਇਹ ਦੇਖੀਏ। ਦੇਖੋ ਜਿਵੇਂ ਇਲੈਕਟ੍ਰੋਨ ਘੁੰਮਦੇ ਨਾ ਐਟਮ ਦੇ ਦੁਆਲੇ, ਇਸ ਤਰ੍ਹਾਂ ਹੀ ਇੱਕ ਐਂਟੀ ਇਲੈਕਟ੍ਰੋਨ ਹੁੰਦੇ ਨੇ। ਐਂਟੀ ਮਤਲਬ ਇਲੈਕਟ੍ਰੋਨ ਵਰਗੇ ਹੀ ਛੋਟੇ ਐਟੋਮਿਕ ਪਾਰਟੀਕਲ ਹੁੰਦੇ ਨੇ ਐਂਟੀ ਇਲੈਕਟ੍ਰੋਨ, ਯਾਨੀ ਕਿ ਇਲੈਕਟ੍ਰੋਨ ਦੇ ਉੱਤੇ ਤਾਂ ਨੈਗੇਟਿਵ ਚਾਰਜ ਹੁੰਦਾ, ਠੀਕ ਹੈ, ਪਰ ਪੋਜ਼ੀਟਰੋਨ ਜਿਹੜੇ ਹੁੰਦੇ ਨੇ ਇਹਨਾਂ ਉੱਤੇ ਪਲੱਸ ਦਾ ਚਾਰਜ ਹੁੰਦਾ। ਇਲੈਕਟ੍ਰੋਨ ਉੱਤੇ ਨੈਗੇਟਿਵ ਚਾਰਜ ਹੁੰਦਾ, ਪ੍ਰੋਟੋਨ ਇਹਦੇ ਉੱਤੇ ਨੈਗੇਟਿਵ ਚਾਰਜ ਹੁੰਦਾ, ਪੋਜ਼ੀਟਰੋਨ ਉੱਤੇ ਪਲੱਸ ਦਾ ਚਾਰਜ ਹੁੰਦਾ ਹੈ। ਪਰ ਇਹ ਇਲੈਕਟ੍ਰੋਨ ਵਰਗੇ ਹੀ ਹੁੰਦੇ ਨੇ। ਕਹਿਣ ਦਾ ਮਤਲਬ ਇਹਨਾਂ ਦਾ ਜਿਹੜਾ ਮਾਸ ਹੈ ਉਹ ਕਿਹਦੇ ਵਰਗਾ ਹੁੰਦਾ, ਫਿਰ ਉਹ ਇਲੈਕਟ੍ਰੋਨ ਵਰਗਾ ਹੁੰਦਾ ਜੀ। ਠੀਕ ਹੈ ਜੀ, ਇਲੈਕਟ੍ਰੋਨ ਵਰਗਾ ਹੁੰਦਾ ਹੈ, ਇਸੇ ਕਰਕੇ ਇਹਨਾਂ ਨੂੰ ਐਂਟੀ ਇਲੈਕਟ੍ਰੋਨ ਕਹਿੰਦੇ ਨੇ। ਐਂਟੀ ਇਲੈਕਟ੍ਰੋਨ ਇਹਨਾਂ ਨੂੰ ਤਾਂ ਕਹਿੰਦੇ ਨੇ ਕਿਉਂਕਿ ਇਹਨਾਂ ਦਾ ਸਿਰਫ ਚਾਰਜ ਹੀ ਉਦੋਂ ਵੱਖਰਾ ਹੁੰਦਾ ਹੈ, ਇਹਨਾਂ ਨੂੰ ਐਂਟੀ ਇਲੈਕਟ੍ਰੋਨ ਵੀ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 249, ਹਾਈਡਰੋਜਨ ਬੰਬ ਇਜ਼ ਬੇਸਡ ਔਨ। ਹਾਈਡਰੋਜਨ ਬੰਬ ਕਿਸ ਚੀਜ਼ ਉੱਤੇ ਆਧਾਰਿਤ ਹੈ? ਹਾਈਡਰੋਜਨ ਬੰਬ ਦੇਖੋ ਫਿਸ਼ਨ, ਫਿਊਜ਼ਨ, ਫਿਸ਼ਨ ਐਂਡ ਫਿਊਜ਼ਨ ਦੋਨੋਂ। ਦੇਖੋ ਫਿਸ਼ਨ ਦਾ ਮਤਲਬ ਹੁੰਦਾ ਟੁੱਟਣਾ, ਫਿਊਜ਼ਨ ਦਾ ਮਤਲਬ ਹੁੰਦਾ ਹੈ ਜੁੜਨਾ, ਇਹ ਦੋਨੇ ਆ ਗਿਆ, ਇਹਨਾਂ 'ਚ ਕੋਈ ਨਹੀਂ। ਆਨਸਰ ਤਾਂ ਇਹਨਾਂ ਦੋਨੋਂ 'ਚ ਹੀ ਹੈ ਜੀ। ਤਾਂ ਆਨਸਰ ਜਿਹੜਾ ਹੈਗਾ ਆਪਣਾ ਉਹ ਹੈਗਾ ਫਿਊਜ਼ਨ। ਠੀਕ ਹੈ ਜੀ, ਹਾਈਡਰੋਜਨ ਬੰਬ ਦੇ ਵਿੱਚ ਕੀ ਹੁੰਦਾ ਜੀ, ਫਿਊਜ਼ਨ ਹੁੰਦੀ ਹੈ, ਜਿਵੇਂ ਸਨ ਦੇ ਵਿੱਚ ਹੁੰਦੀ ਹੈ। ਹਾਈਡਰੋਜਨ ਹਾਈਡਰੋਜਨ ਮਿਲ ਕੇ ਕੀ ਬਣਾ ਦਿੰਦੇ ਆ ਜੀ, ਹੀਲੀਅਮ ਬਣਾ ਦਿੰਦੇ ਆ। ਉਸੇ ਤਰ੍ਹਾਂ ਹੀ ਹਾਈਡਰੋਜਨ ਬੰਬ ਦੇ ਵਿੱਚ ਵੀ ਫਿਊਜ਼ਨ ਹੁੰਦੀ ਹੈ। ਅੱਜ ਦਾ ਲਾਸਟ ਕੁਐਸਚਨ ਬਹੁਤ ਫੇਮਸ ਇਕੁਏਸ਼ਨ ਪਾਈ ਹੈ ਤੁਹਾਡੇ ਲਈ, ਕੁਐਸਚਨ ਛੱਡਿਆ ਹੈ ਮੈਂ। ਆਇਨਸਟਾਈਨ ਮਾਸ એનર્ਜੀ ਰਿਲੇਸ਼ਨ ਇਜ਼ ਗਿਵਨ ਬਾय ਦਾ ਐਕਸਪ੍ਰੈਸ਼ਨ। ਸਮੀਕਰਨ ਦਿੱਤੀ ਹੋਈ ਹੈ ਥੱਲੇ। ਆਇਨਸਟਾਈਨ ਦਾ ਪੁੰਜ ਊਰਜਾ ਸੰਬੰਧ ਇਹਨੂੰ ਕਿਹਾ ਜਾਂਦਾ ਹੈ। ਥਿਊਰੀ ਆਫ ਰਿਲੇਟੀਵਿਟੀ ਨਾਲ ਸੰਬੰਧਿਤ ਹੈ ਇਹ। ਥਿਊਰੀ ਆਫ ਰਿਲੇਟੀਵਿਟੀ ਆਇਨਸਟਾਈਨ ਨੇ ਦਿੱਤੀ ਸੀ। ਨੋਬਲ ਪ੍ਰਾਈਜ਼ ਵੀ ਇਹਨਾਂ ਨੂੰ ਇਸ ਕਰਕੇ 1921 ਦੇ ਵਿੱਚ ਮਿਲਿਆ ਸੀ। ਤਾਂ ਤੁਸੀਂ ਦੱਸਣਾ ਜੀ ਇਸ ਦਾ ਜਿਹੜਾ ਉੱਤਰ ਆਊਗਾ ਉਹ ਕੀ ਆਊਗਾ। E = ½ mv² ਜਾਂ E = ਇਹ ਉੱਪਰ ਸਕੇਅਰ ਹੈ ਜੀ, ਇਹਦੇ mv² ਹੈ, mc² ਹੈ ਜਾਂ mgh ਹੈ, ਜਾਂ ਇਹਨਾਂ 'ਚ ਕੋਈ ਨਹੀਂ। ਤਾਂ ਇਸ ਦਾ ਮੈਨੂੰ ਆਨਸਰ ਹੈ ਜਿਹੜਾ ਕਮੈਂਟ ਬਾਕਸ 'ਚ ਦੱਸਿਓ। ਤਾਂ ਕੱਲ੍ਹ ਨੂੰ ਸੀਰੀਜ਼ ਆਪਾਂ ਨਵੀਂ ਲੈ ਕੇ ਆਵਾਂਗੇ। 1000 ਕੁਐਸਚਨ ਆਪਾਂ ਬਹੁਤ ਜਲਦੀ ਕੰਪਲੀਟ ਕਰ ਲੈਣੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।